Students, Vaheguru Ji Ka Khalsa, Vaheguru Ji Ki Fateh. In previous video, we have learnt about heating effect and magnetic effect of electric current. In this video, we will discuss chemical effects of electric current. ਹੁਣ ਉਹਨੇ ਕਿਹਾ ਕਿ ਕੈਮੀਕਲ ਇਫੈਕਟ ਕਦੋਂ ਪੈਦਾ ਹੁੰਦਾ ਕਿ ਉਹਨੇ ਕਿਹਾ ਜਦੋਂ ਅਸੀਂ ਕਰੰਟ ਜਿਹੜਾ ਵਾ ਉਹ ਕਿਸੇ ਕੰਡਕਟਿੰਗ ਸੋਲਿਊਸ਼ਨ ਚੋਂ ਲੰਘਾਉਂਦੇ ਆ, ਮਤਲਬ ਲੰਘਦਾ ਵਾ ਜਿਹੜਾ ਕਰੰਟ ਕੰਡਕਟਿੰਗ ਸੋਲਿਊਸ਼ਨ ਦੇ ਵਿੱਚੋਂ, ਅਤੇ ਉਦੋਂ ਕਿਹੜਾ ਇਫੈਕਟ ਪੈਦਾ ਹੁੰਦਾ ਵਾ, ਕੈਮੀਕਲ ਇਫੈਕਟ। ਕਿਵੇਂ, ਉਹ ਆਪਾਂ ਇਸ ਐਕਟੀਵਿਟੀ ਦੇ ਰਾਹੀਂ ਪੜ੍ਹਾਂਗੇ। ਕਿ ਅਸੀਂ 2 ਕਾਰਬਨ ਰੋਡਸ ਲੈ ਲਾਂਗੇ 2 ਡਿਸਕਾਰਡਡ ਸੈੱਲਸ ਦੇ ਵਿੱਚੋਂ, ਯਾਨੀ ਕਿ ਉਹ ਸੈੱਲ ਜਿਹੜੇ ਅਸੀਂ ਨਹੀਂ ਯੂਜ਼ ਕਰ ਰਹੇ ਉਹਨਾਂ ਵਿੱਚੋਂ। ਇਸ ਤਰ੍ਹਾਂ ਅਸੀਂ 2 ਬਲੈਕ ਜਿਹੜੇ ਸੈਂਟਰ ਦੇ ਵਿੱਚ ਸਿੱਕੇ ਹੁੰਦੇ ਆ ਉਹ ਲੈ ਲਾਂਗੇ। ਫਿਰ ਉਹਦੀ ਜਿਹੜੀ ਮੈਟਲ ਕੈਪ ਹੁੰਦੀ ਉੱਪਰ, ਉਹਨੂੰ ਅਸੀਂ ਸੈਂਡ ਪੇਪਰ ਦੇ ਨਾਲ ਰਬ ਕਰਕੇ ਸਾਫ਼ ਕਰ ਲਾਂਗੇ। ਅਤੇ ਫਿਰ ਇੱਕ ਕਾਪਰ ਵਾਇਰ ਲੈ ਕੇ ਉਹਨੂੰ ਮੈਟਲ ਕੈਪਸ ਦੇ ਅਰਾਊਂਡ, ਯਾਨੀ ਕਿ ਜਿਹੜੀਆਂ ਕਾਰਬਨ ਰੋਡ ਦੀਆਂ ਮੈਟਲ ਕੈਪਸ ਆ ਉਹਨਾਂ ਦੇ ਆਲੇ ਦੁਆਲੇ ਲਪੇਟ ਦਾਂਗੇ ਅਤੇ ਉਹਨੂੰ ਇੱਕ ਬੈਟਰੀ ਦੇ ਨਾਲ ਅਟੈਚ ਕਰ ਦਾਂਗੇ। ਇਸ ਤਰ੍ਹਾਂ ਆਹ ਕਾਪਰ ਵਾਇਰ ਇਹਨਾਂ ਮੈਟਲ ਕੈਪਸ ਦੇ ਆਲੇ ਦੁਆਲੇ ਲਪੇਟ ਕੇ ਫਿਰ ਇਸ ਤਰ੍ਹਾਂ ਆਪਾਂ ਕਾਹਦੇ ਨਾਲ ਅਟੈਚ ਕਰ ਦਾਂਗੇ, ਉਹ ਬੈਟਰੀ ਦੇ ਨਾਲ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਇੱਕੋ ਸਾਈਨ ਸਿੰਬਲ ਆ ਅਤੇ ਫਿਰ ਇਹ ਸੈੱਲ ਆ, ਜੇ ਇੱਕ ਤੋਂ ਵੱਧ ਸੈੱਲ ਜੁੜਦੇ ਆ ਅਤੇ ਫਿਰ ਉਹ ਕੀ ਬਣ ਜਾਂਦੀ ਆ, ਬੈਟਰੀ। ਅਤੇ ਫਿਰ ਉਹਨੇ ਕਿਹਾ ਕਿ ਜਿਹੜੀਆਂ ਉਹ 2 ਰੋਡਸ ਆ ਕਾਰਬਨ ਰੋਡਸ, ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਆ, ਇਲੈਕਟ੍ਰੋਡਸ। ਹੁਣ ਕਾਰਬਨ ਰੋਡਸ ਦੀ ਜਗ੍ਹਾ 'ਤੇ ਆਪਾਂ ਈਵਨ ਨੇਲਸ ਵੀ ਯੂਜ਼ ਕਰ ਸਕਦੇ ਹਾਂ। ਕਿੱਲ 6 ਸੈਂਟੀਮੀਟਰ ਲੌਂਗ। ਫਿਰ ਉਹ ਪਾਉਣ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਇਹਦੇ 'ਚ ਕੱਪ ਫੁੱਲ ਆਫ ਵਾਟਰ, ਯਾਨੀ ਕਿ 1 ਕੱਪ ਪਾਣੀ ਦਾ ਪਾਵਾਂਗੇ ਅਤੇ ਪਾਣੀ ਦੇ ਨਾਲ ਅਸੀਂ ਜਾਂ ਤਾਂ ਨਮਕ ਅਤੇ ਜਾਂ ਲੈਮਨ ਜੂਸ ਪਾ ਦਾਂਗੇ। ਕਾਹਦੇ ਲਈ, ਟੂ ਮੇਕ ਇਟ ਮੋਰ ਕੰਡਕਟਿੰਗ ਸੋਲਿਊਸ਼ਨ, ਯਾਨੀ ਕਿ ਬਿਜਲੀ ਇਹਦੇ ਵਿੱਚੋਂ ਜ਼ਿਆਦਾ ਪਾਸ ਹੋ ਸਕੇ, ਉਹਦੇ ਲਈ ਅਸੀਂ ਲੈਮਨ ਜੂਸ ਜਾਂ ਜਿਹੜਾ ਸਾਲਟ ਆ ਉਹ ਐਡ ਕਰ ਦਾਂਗੇ। ਹੁਣ ਉਹਨੇ ਕਿਹਾ ਕਿ ਅਸੀਂ ਇਹ ਖਿਆਲ ਰੱਖਣਾ ਵਾ ਕਿ ਜਦੋਂ ਅਸੀਂ ਇਹ ਜਿਹੜੇ ਕਾਰਬਨ ਰੋਡਸ ਇਹਦੇ 'ਚ ਡਿਪ ਕਰਨੀਆਂ ਅਤੇ ਉਹਨਾਂ ਦਾ ਜਿਹੜੇ ਮੈਟਲ ਕੈਪਸ ਆ ਉਹ ਬਾਹਰ ਰਹਿਣ, ਮਤਲਬ ਉਹ ਪਾਣੀ 'ਚ ਡਿਪ ਨਹੀਂ ਕਰਨੇ ਚਾਹੀਦੇ। ਹੁਣ ਜਦੋਂ ਅਸੀਂ ਬੈਟਰੀ ਕਨੈਕਟ ਕਰਤੀ, ਸਰਕਟ ਇਹ ਕੰਪਲੀਟ ਹੋ ਗਿਆ ਅਤੇ ਜਿਹੜਾ ਕਰੰਟ ਉਹਨੇ ਫਲੋ ਕਰਨਾ ਸਟਾਰਟ ਕਰ ਦੇਣਾ। ਹੁਣ ਉਹ ਜਦੋਂ ਕਰੰਟ ਫਲੋ ਕਰੇਗਾ ਅਤੇ ਅਸੀਂ ਕੀ ਦੇਖਦੇ ਹਾਂ ਕਿ ਇਹਨਾਂ ਇਲੈਕਟ੍ਰੋਡਸ ਦੇ ਕੋਲ ਬੱਬਲਸ ਬਣਦੇ ਆ, ਛੋਟੇ ਛੋਟੇ ਬੁਲਬੁਲੇ ਬਣਦੇ ਆ, ਜਿਹਦਾ ਕੀ ਮਤਲਬ ਹੈ ਕਿ ਇਹਦੇ ਵਿੱਚ ਕੈਮੀਕਲ ਰਿਐਕਸ਼ਨ ਜਿਹੜਾ ਵਾ ਉਹ ਸ਼ੁਰੂ ਹੋ ਚੁੱਕਾ ਵਾ, ਅਤੇ ਜਿਹਦਾ ਕਰਕੇ ਜਿਹੜੀ ਗੈਸ ਆ ਉਹ ਪ੍ਰੋਡਿਊਸ ਹੋ ਰਹੀ ਆ। ਹੁਣ ਉਹਨੇ ਕਿਹਾ ਕਿ ਜਿਹੜਾ ਬ੍ਰਿਟਿਸ਼ ਕੈਮਿਸਟ ਆ ਉਹਨੇ 1800 ਦੇ ਵਿੱਚ ਵਿਲੀਅਮ ਨਿਕੋਲਸਨ ਸੀ ਉਹਦਾ ਨਾਮ, ਅਤੇ ਉਹਨੇ ਕੀ ਸ਼ੋਅ ਕੀਤਾ ਸੀਗਾ ਕਿ ਜੇਕਰ ਇਲੈਕਟ੍ਰੋਡਸ ਜਿਹੜੇ ਆ ਪਾਣੀ ਦੇ ਵਿੱਚ ਆਪਾਂ ਇਮਰਸ ਕਰਦੇ ਹਾਂ, ਮਤਲਬ ਪਾਣੀ ਲੈ ਕੇ ਟੈਪ ਤੋਂ, ਜਿਵੇਂ ਉਹਦੇ 'ਚ ਆਪਾਂ ਇਲੈਕਟ੍ਰੋਡਸ ਪਾਉਂਦੇ ਹਾਂ ਅਤੇ ਉਹਦੇ 'ਚੋਂ ਕਰੰਟ ਪਾਸ ਕਰਦੇ ਹਾਂ, ਅਤੇ ਅਸੀਂ 2 ਟੈਸਟ ਟਿਊਬਸ ਅਲੱਗ-ਅਲੱਗ ਲਗਾ ਦਾਂਗੇ ਅਤੇ ਕੀ ਹੋਏਗਾ ਕਿ ਉਹ ਜਿਹੜਾ ਪਾਣੀ ਆ, ਆਪਾਂ ਨੂੰ ਪਤਾ ਕਿ ਪਾਣੀ H2O ਯਾਨੀ ਕਿ ਹਾਈਡਰੋਜਨ ਅਤੇ ਆਕਸੀਜਨ ਤੋਂ ਬਣਿਆ ਹੋਇਆ। ਫਿਰ ਇੱਕ ਟਿਊਬ ਦੇ ਵਿੱਚ ਹਾਈਡਰੋਜਨ ਕਲੈਕਟ ਹੋ ਜਾਏਗੀ ਅਤੇ ਦੂਜੀ ਟਿਊਬ ਦੇ ਵਿੱਚ ਆਕਸੀਜਨ ਜਿਹੜੀ ਆ ਉਹ ਕਲੈਕਟ ਹੋ ਜਾਏਗੀ। ਇਟ ਮੀਨਸ ਕਿ ਜਿਹੜਾ ਪਾਣੀ ਆ ਉਹਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ, ਇਹ ਨਹੀਂ ਕਿ ਅਸੀਂ ਉਹਨੂੰ ਸੋਟਾ ਮਾਰ ਕੇ ਪਾਣੀ ਨੂੰ ਤੋੜ ਲਵਾਂਗੇ, ਉਹਦੀਆਂ ਗੈਸਿਸ ਨੂੰ ਅਲੱਗ ਕਰ ਲਾਂਗੇ, ਨਹੀਂ, ਉਹਨੂੰ ਅਸੀਂ ਇਲੈਕਟ੍ਰੋਲਿਸਿਸ, ਯਾਨੀ ਕਿ ਇਲੈਕਟ੍ਰੋਲਿਸਿਸ ਮਤਲਬ ਕਿ ਬਿਜਲੀ ਪਾਸ ਕਰਕੇ ਪਾਣੀ ਨੂੰ 2 ਗੈਸਿਸ ਦੇ ਵਿੱਚ ਤੋੜਨਾ, ਉਹਨੂੰ ਕਹਿ ਦਿੰਦੇ ਆ ਇਲੈਕਟ੍ਰੋਲਾਈਸਿਸ, ਬਿਜਲੀ ਲਗਾਉਣ ਦੇ ਬਾਅਦ। ਫਿਰ ਉਹਨੇ ਕਿਹਾ ਕਿ ਉਹਦੇ ਨਾਲ ਜਿਹੜੀ ਹਾਈਡਰੋਜਨ ਅਤੇ ਆਪਣਾ ਆਕਸੀਜਨ ਦੇ ਜਿਹੜੇ ਬਬਲਸ ਆ ਉਹ ਕਲੈਕਟ ਹੋ ਜਾਣਗੇ ਦੋਨਾਂ ਟਿਊਬਸ ਦੇ ਵਿੱਚ। ਹੁਣ ਇਲੈਕਟ੍ਰਿਕ ਕਰੰਟ ਜਦੋਂ ਕਿਸੇ ਕੰਡਕਟਿੰਗ ਸੋਲਿਊਸ਼ਨ 'ਚੋਂ ਲੰਘਦਾ ਵਾ ਅਤੇ ਉਹ ਕੀ ਪੈਦਾ ਕਰਦਾ ਵਾ, ਕੈਮੀਕਲ ਰਿਐਕਸ਼ਨ। ਜਿਵੇਂ ਆਪਾਂ ਇੱਥੇ ਗੱਲ ਕੀਤੀ ਸੀਗੀ ਕਿ ਇੱਥੇ ਬੱਬਲਸ ਬਣਨੇ ਸ਼ੁਰੂ ਹੋ ਜਾਣੀਆਂ, ਗੈਸ ਬਣਨੀ ਸ਼ੁਰੂ ਹੋ ਜਾਣੀ। ਇਟ ਮੀਨਸ ਕਿ ਇੱਥੇ ਕੈਮੀਕਲ ਰਿਐਕਸ਼ਨ ਸਟਾਰਟ ਹੋਇਆ। ਅਤੇ ਕਦੋਂ ਸਟਾਰਟ ਹੋਇਆ, ਜਦੋਂ ਇਹ ਜਿਹੜਾ ਇਲੈਕਟ੍ਰਿਕ ਸਰਕਟ ਆ ਉਹ ਕੰਪਲੀਟ ਹੋ ਗਿਆ, ਪੂਰਾ ਹੋ ਗਿਆ। ਹੁਣ ਇਹਨੇ ਕਿਹਾ ਕਿ ਜਿਹੜੇ ਬੱਬਲਸ ਆ ਉਹ ਕਿੱਥੇ ਫਾਊਂਡ ਹੋਣਗੇ, ਇਲੈਕਟ੍ਰੋਡਸ ਦੇ ਆਸ-ਪਾਸ। ਅਤੇ ਇਹ ਜਿਹੜਾ ਰਿਐਕਸ਼ਨ ਆ ਕਾਹਤੇ ਡਿਪੈਂਡ ਕਰਦਾ ਵਾ ਕਿ ਸੋਲਿਊਸ਼ਨ ਕਿਵੇਂ ਦਾ ਵਾ ਅਤੇ ਉਹਦੇ 'ਚ ਇਲੈਕਟ੍ਰੋਡਸ ਕਿਹੜੇ ਤਰ੍ਹਾਂ ਦੇ ਯੂਜ਼ ਹੁੰਦੇ ਆ। ਇਹ ਕੈਮੀਕਲ ਇਫੈਕਟ ਆ
ਇਲੈਕਟ੍ਰਿਕ ਕਰੰਟ ਦਾ। ਹੁਣ ਜਿਹੜਾ ਬੂਜੋ ਵਾ ਉਹ ਸੋਚਦਾ ਕਿ ਵੈਜੀਟੇਬਲ ਜਾਂ ਫਰੂਟਸ ਦੇ ਵਿੱਚੋਂ ਵੀ ਕਰੰਟ ਪਾਸ ਕਰ ਸਕਦਾ ਵਾ। ਫਿਰ ਉਹਨੇ ਇੱਕ ਦਿਨ ਕੀ ਕੀਤਾ ਕਿ ਇੱਕ ਆਲੂ ਲੈ ਕੇ ਅਤੇ ਆਲੂ ਨੂੰ ਕੱਟ ਲਿਆ, ਇੱਕ ਪੀਸ ਉਹਦਾ ਲੈ ਕੇ ਉਹਦੇ ਵਿੱਚ ਫਿਰ ਵਾਇਰ ਜਿਹੜੀ ਕਾਪਰ ਵਾਇਰ ਉਹਨੇ ਲਗਾ ਦਿੱਤੀ, ਦੋਨੋਂ ਸਿਰੇ ਕਾਪਰ ਵਾਇਰ ਦੇ ਉਹਦੇ ਆਲੂ 'ਚ ਲਗਾਤੇ। ਲਗਾਉਣ ਤੋਂ ਬਾਅਦ ਉਹਨੇ ਇੱਕ ਇੱਥੇ ਰੱਖ ਦਿੱਤੀ, ਜਿਵੇਂ ਆਪਾਂ ਪਿੱਛੇ ਵੀ ਪੜ੍ਹਿਆ ਸੀਗਾ ਕਿ ਮੈਗਨੈਟਿਕ ਕੰਪਾਸ ਨੀਡਲ ਜਿਹੜੀ ਆ ਉਹ ਰੱਖ ਦਿੱਤੀ ਅਤੇ ਇੱਕ ਬੈਟਰੀ ਅਟੈਚ ਕਰਤੀ। ਹੁਣ ਜਦੋਂ ਬੈਟਰੀ ਅਟੈਚ ਕੀਤੀ ਇਹਦਾ ਮਤਲਬ ਕਿ ਸਰਕਟ ਕੰਪਲੀਟ ਹੋ ਗਿਆ ਅਤੇ ਉਹ ਇਹ ਲਗਾ ਕੇ ਅਤੇ ਆਪ ਖਾਣਾ ਖਾਣ ਚਲਾ ਗਿਆ। ਫਿਰ ਉਹਨੂੰ ਯਾਦ ਭੁੱਲ ਗਿਆ ਕਿ ਉਸਨੇ ਲਗਾਇਆ। ਜਦੋਂ ਉਹ ਵਾਪਸ ਆਇਆ ਅਤੇ ਉਹਨੇ ਕੀ ਦੇਖਿਆ ਕਿ ਉਹਦੇ ਇੱਕ ਸਿਰੇ ਦੇ ਉੱਪਰ ਮਤਲਬ ਜਿਹੜੀ ਕਾਪਰ ਵਾਇਰ ਉਹਨੇ ਆਲੂ 'ਚ ਲਗਾਈ ਸੀ, ਇੱਕ ਕਾਪਰ ਵਾਇਰ ਦੇ ਨੀਚੇ ਕੀ ਆ ਗ੍ਰੀਨਿਸ਼ ਸਪੋਟ ਜਿਹੜਾ ਵਾ ਉਹ ਬਣਿਆ ਹੋਇਆ ਵਾ। ਫਿਰ ਉਹ ਤਾਂ ਪਹੇਲੀ ਬੜੇ ਹੈਰਾਨ ਹੁੰਦੇ ਆ ਅਤੇ ਉਹ ਫਿਰ ਤੋਂ ਦੁਬਾਰਾ ਬਾਰ-ਬਾਰ ਉਹ ਐਕਸਪੈਰੀਮੈਂਟ ਦੁਹਰਾਉਂਦੇ ਆ, ਜਿਹਦੇ ਨਾਲ ਹਰੇਕ ਵਾਰੀ ਕੀ ਹੁੰਦਾ ਵਾ ਕਿ ਜਿਹੜਾ ਗ੍ਰੀਨਿਸ਼ ਸਪੋਟ ਆ ਉਹ ਇੱਕੋ ਟਰਮੀਨਲ 'ਤੇ ਹਮੇਸ਼ਾ ਲੱਗਦਾ ਮਤਲਬ ਪੈਦਾ ਹੁੰਦਾ ਵਾ। ਫਿਰ ਉਹ ਤੋਂ ਉਹਨਾਂ ਨੂੰ ਕੀ ਪਤਾ ਲੱਗਦਾ ਵਾ ਕਿ ਜਿਹੜਾ ਕਾਪਰ ਵਾਇਰ ਦਾ ਸਿਰਾ ਪੋਜ਼ੀਟਿਵ ਟਰਮੀਨਲ ਦੇ ਨਾਲ ਜੁੜਿਆ ਹੋਇਆ ਵਾ, ਯਾਨੀ ਕਿ ਆਹ ਪੋਜ਼ੀਟਿਵ ਆ ਸੈੱਲ ਦਾ ਪੋਜ਼ੀਟਿਵ ਟਰਮੀਨਲ ਅਤੇ ਇਹ ਛੋਟੀ ਲਾਈਨ ਜਿਹੜੀ ਹੈ ਨੈਗੇਟਿਵ ਟਰਮੀਨਲ, ਯਾਨੀ ਕਿ ਜਿਹੜਾ ਸਿਰਾ ਵਾਇਰ ਦਾ ਸੈੱਲ ਦੇ ਪੋਜ਼ੀਟਿਵ ਟਰਮੀਨਲ ਨਾਲ ਲੱਗਾ ਹੋਇਆ ਉਹ ਵਾਲਾ ਪਾਸਾ ਹੀ ਹਮੇਸ਼ਾ ਗ੍ਰੀਨ ਸਪੋਟ ਦੇ ਰਿਹਾ ਵਾ। ਇਹ ਤੋਂ ਫਿਰ ਉਹਨਾਂ ਨੇ ਦੱਸਿਆ ਕਿ ਆਪਾਂ ਇਹਦੇ ਨਾਲ ਜਿਹੜਾ ਪੋਜ਼ੀਟਿਵ ਟਰਮੀਨਲ ਆ ਉਹ ਸਾਨੂੰ ਪਤਾ ਲੱਗਦਾ ਵਾ ਕਿ ਕਿਹੜਾ ਪੋਜ਼ੀਟਿਵ ਟਰਮੀਨਲ, ਕਿਉਂਕਿ ਜਿਹੜੇ ਪਾਸੇ ਗ੍ਰੀਨ ਸਪੋਟ ਹੋਏਗਾ ਉਹ ਵਾਲਾ ਪਾਸਾ ਸੈੱਲ ਦਾ ਕਿਹੜਾ ਹੋਏਗਾ ਪੋਜ਼ੀਟਿਵ ਟਰਮੀਨਲ। ਨਾਓ ਨੈਕਸਟ ਟੋਪਿਕ ਇਜ਼ ਇਲੈਕਟ੍ਰੋਪਲੇਟਿੰਗ। ਹੁਣ ਉਹਨੇ ਕਿਹਾ ਕਿ ਅਸੀਂ ਇੱਕ ਨਵੀਂ ਬਾਈਸਾਈਕਲ ਲੈਂਦੇ ਹਾਂ ਅਤੇ ਉਹਦੇ ਜਿਹੜੇ ਹੈਂਡਲ ਬਾਰ ਆ ਵੀਲ ਰਿਮਸ ਆ ਉਹ ਸਾਰੇ ਬੜੇ ਸ਼ਾਈਨ ਕਰ ਰਹੇ ਹੁੰਦੇ ਆ ਅਤੇ ਜੇਕਰ ਉਹਨਾਂ ਨੂੰ ਅਸੀਂ ਸਾਡੇ ਕੋਲ ਐਕਸੀਡੈਂਟਲੀ ਕਿਤੇ ਸਕਰੈਚ ਹੋ ਜਾਣ ਅਤੇ ਜਿਹੜੀ ਉਹਦੀ ਸ਼ਾਈਨੀ ਕੋਟਿੰਗ ਆ ਉਹ ਲੱਥ ਜਾਂਦੀ ਆ ਅਤੇ ਉਹਦਾ ਸਰਫੇਸ ਸ਼ਾਈਨੀ ਨਹੀਂ ਰਹਿ ਜਾਂਦਾ। ਜਾਂ ਉਹਨੇ ਕਿਹਾ ਕਿ ਵੂਮਨ ਜਿਹੜੀ ਆ ਔਰਤ ਉਹ ਗਹਿਣੇ ਪਾਉਂਦੀ ਆ ਅਤੇ ਉਹ ਗਹਿਣੇ ਜਿਹੜੇ ਆ ਬੇਸ਼ੱਕ ਉਹ ਸੋਨੇ ਦੇ ਵੀ ਨਾ ਬਣੇ ਹੋਣ ਅਤੇ ਉਸ ਨੂੰ ਥੋੜ੍ਹੀ ਦੇਰ ਵਰਤਣ ਤੋਂ ਬਾਅਦ ਉਹ ਜਿਹੜਾ ਗੋਲਡ ਕੋਟਿੰਗ ਵੀਅਰਸ ਹੁੰਦੇ ਆ ਉਹ ਖਰਾਬ ਹੋ ਜਾਂਦੀ ਆ, ਯਾਨੀ ਕਿ ਉਹਦੇ ਤੋਂ ਲੱਥ ਜਾਂਦੀ ਆ। ਅਤੇ ਇਹਦਾ ਮਤਲਬ ਕਿ ਉਹ ਕਿਸੇ ਹਲਕੇ ਮੈਟਲ ਦਾ ਗਹਿਣੇ ਹੁੰਦੇ ਆ ਜਿਹਦੇ ਉੱਪਰ ਗੋਲਡ ਦੀ ਕੋਟਿੰਗ ਕੀਤੀ ਹੁੰਦੀ ਆ। ਯਾਨੀ ਕਿ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਕੀ ਆ, ਇਹ ਮੈਟਲ ਹੈਜ਼ ਏ ਕੋਟਿੰਗ ਆਫ ਅਨਦਰ ਮੈਟਲ, ਯਾਨੀ ਕਿ ਇੱਕ ਮੈਟਲ ਦੇ ਉੱਪਰ ਕਿਸੇ ਦੂਜੇ ਮੈਟਲ ਦੀ ਕੋਟਿੰਗ ਜਿਹੜੀ ਆ ਉਹ ਕੀਤੀ ਹੁੰਦੀ। ਹੁਣ ਇਹ ਕਿਵੇਂ ਕਰਦੇ ਆ, ਦੈਟ ਇਜ਼ ਇਲੈਕਟ੍ਰੋਪਲੇਟਿੰਗ। ਇਹਨੇ ਕਿਹਾ ਕਿ ਜਿਸ ਤਰ੍ਹਾਂ ਇੱਥੇ ਆਪਾਂ ਦੋ ਇਲੈਕਟ੍ਰੋਡਸ ਲਏ ਜਾਂ ਕਹਿ ਲਓ ਕਾਪਰ ਪਲੇਟਸ ਜਿਹੜੀਆਂ ਆਪਾਂ ਲਈਆਂ ਅਤੇ ਇਹਦੇ 'ਚ ਉਹੀ ਫਿਰ ਉਸੇ ਤਰ੍ਹਾਂ ਸਰਕਟ ਜਿਹੜਾ ਪੂਰਾ ਵਾਇਰ ਲਗਾ ਕੇ ਬੈਟਰੀ ਲਗਾ ਕੇ ਕੰਪਲੀਟ ਕਰਤਾ। ਅਤੇ ਹੁਣ ਕੀ ਹੋਣਾ ਵਾ ਕਿ ਜਦੋਂ ਸਰਕਟ ਇਲੈਕਟ੍ਰਿਕ ਕਰੰਟ ਸਰਕਟ ਦੇ ਵਿੱਚੋਂ ਪਾਸ ਹੋਣਾ ਸ਼ੁਰੂ ਹੋ ਗਿਆ ਅਤੇ ਜਿਹੜਾ ਕਾਪਰ ਸਲਫੇਟ ਆਪਾਂ ਇੱਥੇ ਵਾਟਰ ਦੇ ਵਿੱਚ ਕਾਪਰ ਸਲਫੇਟ ਪਾਇਆ ਜਿਹਦੇ ਨਾਲ ਕਾਪਰ ਸਲਫੇਟ ਸੋਲਿਊਸ਼ਨ ਬਣ ਗਿਆ ਅਤੇ ਇਹ ਜਿਹੜਾ ਕਾਪਰ ਸਲਫੇਟ ਆ ਇਹਨੇ ਡਿਸੋਸੀਏਟ ਕਰਨਾ, ਯਾਨੀ ਕਿ ਟੁੱਟ ਜਾਣਾ ਵਾ। ਅਤੇ ਜਦੋਂ ਇਹਨੇ ਟੁੱਟ ਜਾਣਾ ਵਾ ਕਾਹਦੇ ਵਿੱਚ ਕਾਪਰ ਅਤੇ ਸਲਫੇਟ ਦੇ ਵਿੱਚ, ਫਿਰ ਜਿਹੜਾ ਫਰੀ ਕਾਪਰ ਆ ਉਹ ਕਾਹਦੇ 'ਤੇ ਲੱਗ ਜਾਣਾ ਵਾ ਉਸ ਇਲੈਕਟ੍ਰੋਡ 'ਤੇ ਜਿਹੜਾ ਨੈਗੇਟਿਵ ਟਰਮੀਨਲ ਨਾਲ ਲੱਗਾ ਹੋਇਆ, ਯਾਨੀ ਕਿ ਐਸ ਪਲੇਟ ਦੇ ਉੱਪਰ ਆਹ ਨੈਗੇਟਿਵ ਟਰਮੀਨਲ ਆ, ਇਹ ਪੋਜ਼ੀਟਿਵ ਟਰਮੀਨਲ ਆ। ਉਹਨੇ ਕਿਹਾ ਕਿ ਉਹਦੇ ਵਿੱਚੋਂ ਜਿਹੜਾ ਕਾਪਰ ਆ ਉਹ ਕਿਹਦੇ 'ਤੇ ਪਲੇਸ ਹੋ ਜਾਣਾ ਵਾ, ਇਸ ਕਾਪਰ ਪਲੇਟ ਦੇ ਉੱਪਰ। ਅਤੇ ਹੁਣ ਇਹਦੇ 'ਚੋਂ ਜਿਹੜਾ ਕਾਪਰ ਆ ਉਹ ਲੂਜ਼ ਕਰਕੇ ਇਹਦੇ ਉੱਪਰ ਉਹਦੀ ਪਰਤ ਚੜ੍ਹ ਗਈ ਅਤੇ ਹੁਣ ਇਸ ਕਾਪਰ ਦਾ ਜਿਹੜੀ ਇਹ ਕਾਪਰ ਪਲੇਟ ਲਗਾਈ ਹੈ ਇਹਦਾ ਕਾਪਰ ਫਿਰ ਕਿੱਥੇ ਗਿਆ, ਇਹਦਾ ਕਾਪਰ ਸੋਲਿਊਸ਼ਨ ਦੇ ਵਿੱਚ ਡਿਜ਼ੋਲਵ ਹੋ ਜਾਣਾ ਵਾ। ਫਿਰ ਉਹਨੇ ਕਿਹਾ ਕਿ ਐਨ ਇਕੁਅਲ ਅਮਾਊਂਟ ਆਫ ਕਾਪਰ ਗੈਟਸ ਡਿਜ਼ੋਲਵਡ ਇਨ ਦਾ ਸੋਲਿਊਸ਼ਨ, ਕਿ ਜਿੰਨਾ ਕਾਪਰ ਜਿਹੜਾ ਜਦੋਂ ਡਿਸੋਸੀਏਟ ਕਰੇਗਾ ਕਾਪਰ ਸਲਫੇਟ ਸੋਲਿਊਸ਼ਨ, ਜਿੰਨਾ ਕਾਪਰ ਪਲੇਟ ਦੇ ਉੱਪਰ ਕਾਪਰ ਪਲੇਟ ਦੇ ਉੱਪਰ ਚੜ੍ਹੇਗਾ ਓਨਾ ਹੀ ਕਾਪਰ ਪਲੇਟ ਤੋਂ ਕਾਪਰ ਉਤਰ ਕੇ ਸੋਲਿਊਸ਼ਨ ਦੇ ਵਿੱਚ ਰਲ ਜਾਏਗਾ। ਫਿਰ ਇਸ ਤਰ੍ਹਾਂ ਨੇ ਕਿਹਾ ਕਿ ਜਿਹੜਾ ਲੋਸ ਆਫ ਕਾਪਰ ਆ ਫਰੋਮ ਦਾ ਸੋਲਿਊਸ਼ਨ ਇਜ਼ ਰੀਸਟੋਰਡ, ਯਾਨੀ ਕਿ ਉਹ ਰੀਸਟੋਰਡ ਹੋ ਜਾਂਦਾ ਵਾ। ਜਿੰਨਾ ਪਲੇਟ ਦੇ ਉੱਪਰ ਉਹਦੀ ਕੋਟਿੰਗ ਹੁੰਦੀ ਆ ਓਨਾ ਹੀ ਇੱਧਰੋਂ ਉਤਰ ਕੇ ਅਤੇ ਇਸ ਸੋਲਿਊਸ਼ਨ ਦੇ ਵਿੱਚ
ਮਿਕਸ ਹੋ ਜਾਂਦਾ ਤੇ ਇਸ ਤਰ੍ਹਾਂ ਜਿਹੜੀ ਪ੍ਰੋਸੈਸ ਆ ਇਹ ਚੱਲਦੀ ਰਹਿੰਦੀ ਆ। ਇਹਨੂੰ ਅਸੀਂ ਕਹਿੰਦੇ ਆ ਇਲੈਕਟ੍ਰੋਪਲੇਟਿੰਗ। ਉਹਦੀ ਡੈਫੀਨੇਸ਼ਨ ਕੀ ਹੈ? ਦਾ ਪ੍ਰੋਸੈਸ ਆਫ ਡਿਪੋਜ਼ਿਟਿੰਗ ਏ ਲੇਅਰ ਆਫ ਐਨੀ ਡਿਜ਼ਾਇਰਡ ਮੈਟਲ, ਯਾਨੀ ਕਿਸੇ ਵੀ ਡਿਜ਼ਾਇਰਡ ਮੈਟਲ ਨੂੰ ਜਦੋਂ ਕਿਸੇ ਦੂਜੇ ਮਟੀਰੀਅਲ ਦੇ ਉੱਪਰ ਚੜਾਇਆ ਜਾਂਦਾ ਕਾਹਦੇ ਰਾਹੀਂ? ਬਾਈ ਮੀਨਸ ਆਫ ਇਲੈਕਟ੍ਰੀਸਿਟੀ, ਉਹਨੂੰ ਆਪਾਂ ਕੀ ਕਹਿੰਦੇ ਆ? ਇਲੈਕਟ੍ਰੋਪਲੇਟਿੰਗ। ਹੁਣ ਇਹ ਜਿਹੜੀ ਸਭ ਤੋਂ ਕਾਮਨ ਐਪਲੀਕੇਸ਼ਨ ਆ ਕੈਮੀਕਲ ਇਫੈਕਟ ਆਫ ਇਲੈਕਟ੍ਰਿਕ ਕਰੰਟ ਦੀ, ਕਿ ਇਹ ਬਹੁਤ ਜ਼ਿਆਦਾ ਯੂਜ਼ਫੁਲ ਆ। ਉਹਨੇ ਕਿਹਾ ਕਿ ਇੰਡਸਟਰੀ ਦੇ ਵਿੱਚ ਆਪਾਂ ਬਹੁਤ ਸਾਰਾ ਜਿਹੜੇ ਆਬਜੈਕਟਸ ਆ ਉਹਨਾਂ ਨੂੰ ਮੈਟਲ ਦੀ ਕੋਟਿੰਗ ਦੇਣ ਦੇ ਲਈ ਯੂਜ਼ ਕਰਦੇ ਹਾਂ। ਅਤੇ ਜਿਵੇਂ ਕੋਈ ਵੀ ਡਿਜ਼ਾਇਰਡ ਪ੍ਰੋਪਰਟੀ ਆ ਜਾਂ ਜਿਹਦੇ ਮਤਲਬ ਅਸੀਂ ਉਹਦੇ ਉੱਪਰ ਕਿਸੇ ਹਲਕੇ ਮੈਟਲ ਦੇ ਉੱਪਰ ਦੂਜੇ ਮੈਟਲ ਦੀ ਪਰਤ ਜਿਹੜੀ ਹੈ ਇਹਦੇ ਨਾਲ ਚੜ੍ਹਾ ਸਕਦੇ ਹਾਂ। ਜਿਵੇਂ ਨੇ ਦੱਸਿਆ ਕਿ ਕ੍ਰੋਮੀਅਮ ਪਲੇਟਿੰਗ ਇਜ਼ ਡਨ ਔਨ ਮੈਨੀ ਆਬਜੈਕਟ, ਯਾਨੀ ਕਿ ਕ੍ਰੋਮੀਅਮ ਬੜਾ ਮਹਿੰਗਾ ਹੁੰਦਾ ਵਾ ਅਤੇ ਉਹਦੀ ਜਿਹੜੀ ਪਲੇਟਿੰਗ ਆ ਉਹ ਆਪਾਂ ਬਹੁਤ ਸਾਰੇ ਆਬਜੈਕਟਸ 'ਤੇ ਕਰਦੇ, ਜਿਵੇਂ ਕਾਰ ਦੇ ਪਾਰਟਸ ਆ, ਬਾਥ ਟੈਪਸ ਆ, ਕਿਚਨ ਗੈਸ ਆ, ਬਰਨਰ, ਬਾਈਸਾਈਕਲ ਹੈਂਡਲ, ਇਹਨਾਂ ਸਾਰਿਆਂ ਦੇ ਉੱਪਰ, ਕਿਉਂਕਿ ਕ੍ਰੋਮੀਅਮ ਜਿਹੜਾ ਵਾ ਉਹ ਥੋੜ੍ਹਾ ਮਹਿੰਗਾ ਹੁੰਦਾ ਅਤੇ ਇਸ ਕਰਕੇ ਉਹਦੇ ਪਾਰਟਸ ਨਹੀਂ ਬਣਾਉਂਦੇ, ਬਲਕਿ ਉਹਦੀ ਕੋਟਿੰਗ ਇਹਨਾਂ ਪਾਰਟਸ ਦੇ ਉੱਪਰ ਕਰ ਦਿੱਤੀ ਜਾਂਦੀ ਆ, ਪਰਤ ਉਹਦੀ ਯਾਨੀ ਕਿ ਚੜ੍ਹਾ ਦਿੱਤੀ ਜਾਂਦੀ ਆ। ਕ੍ਰੋਮੀਅਮ ਦੀ ਜਿਹੜੀ ਅਪੀਅਰੈਂਸ ਆ ਉਹ ਬੜੀ ਚਮਕਦਾਰ ਹੁੰਦੀ ਆ, ਇਹਨੂੰ ਜੰਗਾਲ ਵੀ ਨਹੀਂ ਪੈਂਦਾ, ਨਾ ਇਹਦੇ 'ਤੇ ਸਕਰੈਚ ਪੈਂਦੇ ਆ। ਹੁਣ ਉਹੀ ਗੱਲ ਉਹਨੇ ਦੱਸੀ ਫਿਰ ਕਿ ਕ੍ਰੋਮੀਅਮ ਐਕਸਪੈਂਸਿਵ ਹੁੰਦਾ, ਮਹਿੰਗਾ ਹੁੰਦਾ ਵਾ, ਅਤੇ ਇਸ ਕਰਕੇ ਇਹਦੀ ਜਿਹੜੀ ਪਰਤ ਆ ਉਹ ਦੂਜੇ ਦੇ ਉੱਪਰ ਹੋਲ ਆਬਜੈਕਟ ਯਾਨੀ ਕਿ ਇਹਦੇ ਤੋਂ ਨਹੀਂ ਬਣਦਾ, ਪਰ ਇਹਦੀ ਪਰਤ ਜਿਹੜੀ ਆ ਉਹਨਾਂ ਪਾਰਟਸ ਦੇ ਉੱਪਰ ਚੜ੍ਹਾ ਦਿੱਤੀ ਜਾਂਦੀ ਆ। ਫਿਰ ਉਹਨੇ ਕਿਹਾ ਕਿ ਉਹ ਜਿਹੜਾ ਆਬਜੈਕਟ ਆ ਉਹਨੂੰ ਚੀਪਰ ਮੈਟਲ ਯਾਨੀ ਕਿ ਕਿਸੇ ਸਸਤੀ ਧਾਤ ਤੋਂ ਬਣਾ ਲਿਆ ਜਾਂਦਾ ਵਾ ਅਤੇ ਉਹਦੇ ਉੱਪਰ ਕ੍ਰੋਮੀਅਮ ਦੀ ਜਿਹੜੀ ਪਰਤ ਆ ਉਹ ਚੜ੍ਹਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜੂਲਰੀ ਜਿਹੜੀ ਆ, ਜਿਹੜਾ ਸੋਨਾ ਬਾਜ਼ਾਰ ਦੇ ਵਿੱਚ ਬਹੁਤ ਸਾਰਾ ਸਾਨੂੰ ਸਸਤੇ ਰੇਟ 'ਤੇ ਮਿਲ ਜਾਂਦਾ ਵਾ, ਉਹਦੇ ਉੱਪਰ ਵੀ ਗੋਲਡ ਦੀ ਪਰਤ ਚੜ੍ਹਾਈ ਜਾਂਦੀ, ਯਾਨੀ ਕਿ ਉਹ ਵੀ ਲੈਸ ਐਕਸਪੈਂਸਿਵ ਮੈਟਲਸ ਹੁੰਦੇ ਆ ਅਤੇ ਉਹਦੇ ਉੱਪਰ ਗੋਲਡ ਦੀ ਜਿਹੜੀ ਪਰਤ ਆ ਉਹ ਚੜ੍ਹਾਈ ਜਾਂਦੀ ਆ। ਜਿਸ ਤਰ੍ਹਾਂ ਸਾਰੇ ਦਿਖਾਏ ਹੋਏ ਇਹਨਾਂ ਦੇ ਉੱਪਰ ਕ੍ਰੋਮੀਅਮ ਦੀ ਜਿਹੜੀ ਲੇਅਰ ਆ ਉਹ ਡਿਪੋਜ਼ਿਟ ਕੀਤੀ ਹੁੰਦੀ ਹੈ, ਯਾਨੀ ਕਿ ਇਲੈਕਟ੍ਰੋਪਲੇਟ ਇਹਨੂੰ ਕੀਤਾ ਜਾਂਦਾ। ਇਸੇ ਤਰ੍ਹਾਂ ਟਿਨ ਕੈਨਸ ਆ ਜਿਹੜੇ ਆਪਾਂ ਫੂਡ ਸਟੋਰ ਕਰਨ ਲਈ ਯੂਜ਼ ਕਰਦੇ ਹਾਂ, ਉਹ ਵੀ ਇਲੈਕਟ੍ਰੋਪਲੇਟਿੰਗ ਦੇ ਨਾਲ ਯਾਨੀ ਕਿ ਆਇਰਨ ਦੇ ਉੱਪਰ ਉਹਨਾਂ ਦੀ ਇਲੈਕਟ੍ਰੋਪਲੇਟਿੰਗ ਕੀਤੀ ਜਾਂਦੀ ਹੈ। ਟਿਨ ਜਿਹੜਾ ਉਹ ਲੈਸ ਰਿਐਕਟਿਵ ਆਇਰਨ ਦੇ ਨਾਲੋਂ, ਅਤੇ ਇਸ ਕਰਕੇ ਫੂਡ ਡਜ਼ ਨਾਟ ਕਮ ਇਨ ਟੂ ਕੋਂਟੈਕਟ ਵਿਦ ਆਇਰਨ ਐਂਡ ਇਜ਼ ਪ੍ਰੋਟੈਕਟਡ ਫਰੋਮ ਗੈਟਿੰਗ ਸਪੋਇਲਡ, ਯਾਨੀ ਕਿ ਉਹਦੇ ਉੱਪਰ ਆਇਰਨ ਜਿਹੜਾ ਵਾ ਜੇਕਰ ਉਹਦੇ ਵਿੱਚ ਆਪਾਂ ਕੋਈ ਖੱਟੀ ਚੀਜ਼ ਪਾਵਾਂਗੇ ਅਤੇ ਉਹ ਲੋਹੇ ਨੂੰ ਜੰਗ ਲੱਗ ਜਾਂਦਾ, ਪਰ ਜਦੋਂ ਟਿਨ ਦੀ ਕੋਟਿੰਗ ਕਰ ਦਿੱਤੀ ਜਾਂਦੀ ਆ ਅਤੇ ਫਿਰ ਉਹਦਾ ਆਪਸ ਦੇ ਵਿੱਚ ਕੋਈ ਕੰਟੈਕਟ ਨਹੀਂ ਹੁੰਦਾ, ਜਿਹਦੇ ਨਾਲ ਜਿਹੜੀ ਸਾਡੀ ਚੀਜ਼ ਆ ਉਹ ਖ਼ਰਾਬ ਹੋਣ ਤੋਂ ਬਚ ਜਾਂਦੀ ਹੈ। ਇਸੇ ਤਰ੍ਹਾਂ ਆਇਰਨ ਜਿਹੜਾ ਬ੍ਰਿਜਿਸ, ਆਟੋਮੋਬਾਈਲਸ ਨੂੰ ਸਟਰੈਂਥ ਦੇਣ ਲਈ ਵਰਤਿਆ ਜਾਂਦਾ ਵਾ, ਅਤੇ ਆਇਰਨ ਜਿਹੜਾ ਉਹ ਜਲਦੀ ਕਰੋਡ ਹੋ ਜਾਂਦਾ, ਯਾਨੀ ਕਿ ਉਹਨੂੰ ਜਲਦੀ ਜੰਗਾਲ ਪੈ ਜਾਂਦਾ ਵਾ, ਇਸ ਕਰਕੇ ਉਹਦੇ ਉੱਪਰ ਇੱਕ ਜ਼ਿੰਕ ਦੀ ਜਿਹੜੀ ਪਰਤ ਆ ਉਹ ਚੜ੍ਹਾ ਦਿੱਤੀ ਜਾਂਦੀ ਹੈ ਉਹਨੂੰ ਜੰਗਾਲ ਤੋਂ ਬਚਾਉਣ ਦੇ ਲਈ। ਥੈਂਕ ਯੂ।